ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ। ਮੈਂ ਕਵਿਤਾ ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ, ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਵੀ ਹਾਜ਼ਰ ਨੇ, ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ICCRC ਮੈਂਬਰ ਨੇ ਜੀ। ਤੇ ਗੱਲਬਾਤ ਕਰਾਂਗੇ ਕਿ ਇੱਕ ਸਿੰਪਲ ਇੱਕ ਨਾਰਮਲ ਕੰਸਲਟੈਂਟ ਤੇ ICCRC ਮੈਂਬਰ ਦੇ ਵਿੱਚ ਕਿੰਨਾ ਕੁ ਫਰਕ ਰਹਿੰਦਾ ਹੈ, ਕੀ ਤੁਹਾਨੂੰ ਖਾਸ ਸਰਵਿਸ ਜਿਹੜੀਆਂ ਨੇ ਜੀ ਇਹਨਾਂ ਦੇ ਕੋਲੋਂ ਮਿਲਦੀਆਂ ਨੇ, ਕਿੰਨਾ ਕੁ ਗਾਈਡੈਂਸ ਦੇ ਵਿੱਚ ਫਰਕ ਹੁੰਦਾ, ਸਲਾਹ ਦੇ ਵਿੱਚ ਫਰਕ ਹੁੰਦਾ ਹੈ। DLI ਕਾਲਜਸ ਦੀ ਗੱਲ ਕਰਾਂਗੇ। ਇਸ ਤੋਂ ਇਲਾਵਾ ਜੀ ਹੁਣ ਜਿਵੇਂ ਅੱਜ ਕੱਲ੍ਹ ਜਿੱਦਾਂ ਫਰਾਡ ਹੁੰਦੇ ਨੇ ਉਹਦੇ ਬਾਰੇ ਫਿਰ ਤੋਂ ਗੱਲਬਾਤ ਕਰਾਂਗੇ ਕਿ ਆਖਿਰ ਕਿੱਥੇ ਤੱਕ ਜਿਹੜਾ ਹੈਗਾ ਸਾਡੀ ਇਹ ਇੰਡਸਟਰੀ ਜਿਹੜੀ ਆ ਹਲੇ ਵੀ ਸਾਡੇ ਸਟੂਡੈਂਟਸ ਦੇ ਨਾਲ ਕਿੰਨਾ ਕੁ ਧੱਕਾ ਕਰ ਰਹੀ ਹੈ ਜਾਂ ਕਿੰਨਾ ਕੁ ਫਰਾਡ ਉਹਨਾਂ ਦੇ ਨਾਲ ਕਰ ਰਹੀ ਹੈ, ਕਿੱਥੇ ਸਟੂਡੈਂਟਸ ਤੋਂ ਗਲਤੀ ਹੋ ਰਹੀ ਹੈ ਜੀ, ਕਿੱਥੇ ਮਿਸ ਅੰਡਰਸਟੈਂਡਿੰਗ ਜਿਹੜੀ ਹੈਗੀ ਹੈ ਬਣ ਰਹੀ ਹੈ ਕੰਸਲਟੈਂਟ ਤੇ ਸਟੂਡੈਂਟ ਦੇ ਵਿਚਕਾਰ। ਸੈਮੀਨਾਰਸ ਲੈ ਕੇ ਆ ਰਹੇ ਨੇ ਜੀ ਤੁਹਾਡੇ ਵਾਸਤੇ ਪਾਇਨੀਅਰ ਇਮੀਗ੍ਰੇਸ਼ਨ ਬਹੁਤ ਜਲਦ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਖਾਸ ਤੌਰ ਤੇ ਅੱਜ ਅਸੀਂ ਸਾਡੇ ਰਿਫਿਊਜ਼ਡ ਸਟੂਡੈਂਟਸ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਵੀਜ਼ਾਸ ਨਹੀਂ ਆਏ, ਫਿਰ ਚਾਹੇ ਮੈਂ ਇਸ ਵਾਰ ਸੈਪਟੈਂਬਰ ਇਨਟੇਕ ਦੀ ਗੱਲ ਕਰਾਂ, ਇਸ ਤੋਂ ਪਹਿਲਾਂ ਮਈ ਇਨਟੇਕ ਲੰਘ ਕੇ ਗਿਆ ਸੀ ਉਹਦੀ ਗੱਲ ਕਰ ਲਈਏ, ਚਾਹੇ ਫਿਰ ਜਨਵਰੀ ਦੀ ਗੱਲ ਕਰ ਲਈਏ, ਜਾਂ ਜਿਨ੍ਹਾਂ ਦੀਆਂ AIPs ਆਈਆਂ ਉਹਨਾਂ ਨੂੰ ਹਜੇ ਤੱਕ ਵੀਜ਼ਾਸ ਨਹੀਂ ਮਿਲੇ ਉਹਨਾਂ ਦੀ ਗੱਲ ਕਰ ਲਈਏ। ਸੋ ਕਿਹੜੀਆਂ ਗੱਲਾਂ ਜੀ ਧਿਆਨ ਦੇ ਵਿੱਚ ਸਾਨੂੰ ਰੱਖਣੀਆਂ ਪੈਣੀਆਂ ਨੇ, ਇਹਨਾਂ ਬਾਰੇ ਹੀ ਡਿਸਕਸ ਕਰਾਂਗੇ ਸਾਡੇ ਅੱਜ ਦੇ ਸ਼ੋਅ ਦੇ ਵਿੱਚ। ਤੇ ICCRC ਮੈਂਬਰ ਡਾਕਟਰ ਰਵੀ ਗਰਗ ਪਾਇਨੀਅਰ ਇਮੀਗ੍ਰੇਸ਼ਨ ਤੋਂ ਜੋ ਸਾਡੇ ਅੱਜ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਸਾਡੀ ਮਦਦ ਕਰਨਗੇ। ਸਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦੀ ਸ਼ੋਅ। ਕਵਿਤਾ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸੋ ਰਵੀ ਸਰ, ਤੁਹਾਨੂੰ ਵੀ ਪਤਾ ਇਸ ਵਾਰੀ ਰਿਫਿਊਜ਼ਲਸ ਕਾਫੀ ਸਟੂਡੈਂਟਸ ਨੂੰ ਵੇਖਣੀਆਂ ਪਈਆਂ ਨੇ। ਅੱਛਾ, ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਵੀ 5.5 ਬੈਂਡ ਇੱਕ ਮੋਡਿਊਲ ਦੇ ਵਿੱਚੋਂ ਇਦਾਂ ਦੇ ਸਟੂਡੈਂਟਸ ਨੂੰ ਤਾਂ ਬਿਲਕੁਲ ਹੀ ਵੀਜ਼ਾ ਮਿਲ ਹੀ ਨਹੀਂ ਰਿਹਾ, ਕੀ ਇਹ ਸੱਚ ਹੈ? ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਮਿਲ ਹੀ ਨਹੀਂ ਰਿਹਾ। ਇਹ ਲਾ ਲਓ ਕਿ ਪਹਿਲਾਂ 80% ਸਕਸੈਸ ਰੇਟ ਹੁੰਦਾ ਸੀਗਾ। STDS ਜਿਹੜੇ 6 ਈਚ ਵਾਲੇ ਹੁੰਦੇ ਸੀਗੇ ਉਹਨਾਂ ਦਾ 90-95 ਤੱਕ ਸਕਸੈਸ ਰੇਟ ਚਲਾ ਜਾਂਦਾ ਸੀਗਾ, ਔਰ ਨੌਨ STDS ਜਿਹੜਾ ਕਿ 6 ਈਚ ਨਹੀਂ ਹੈਗੇ ਤੇ ਓਵਰਆਲ 6 ਨਾਟ ਲੈਸ ਦੈਨ 5.5 80-75% ਤੱਕ ਹੁੰਦਾ ਸੀਗਾ, ਜਿਹੜਾ ਕਿ ਹੁਣ ਇਸ ਵਕਤ 50 to 60 55-60% ਇਸ ਤਰ੍ਹਾਂ ਜਿਹੜਾ ਸਕਸੈਸ ਰੇਟ ਹੈਗਾ, ਮਤਲਬ ਕਿ ਡਾਊਨ ਹੈਗਾ। ਸੋ ਜਦ 80 ਤੋਂ ਜੇ ਘਟ ਕੇ 50 ਤੇ ਆਇਆ ਤੇ ਮਤਲਬ 100 ਦੇ ਵਿੱਚੋਂ 30 ਐਕਸਟਰਾ ਕੇਸਿਸ ਜਿਹੜੇ ਰਿਫਿਊਜ਼ ਹੋਏ ਤੇ ਡੈਫੀਨੇਟਲੀ ਫਿਰ ਉਹ ਹਾਹਾਕਾਰ ਵਾਲੀ ਗੱਲ ਹੀ ਆ ਜਾਂਦੀ ਹੈ ਕਿ ਕਾਫੀ ਜਿਹੜਾ ਹੈ ਸਕਸੈਸ ਰੇਟ ਡਾਊਨ ਆ ਗਿਆ ਹੈਗਾ। ਔਰ ਪਿਛਲੇ ਸ਼ੋਅ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀਗੀ ਕਿ ਕੋਸ਼ਿਸ਼ ਕਰਨੀ ਹੈਗੀ ਹੈ ਕਿ ਜਾਂ ਤਾਂ 6 ਈਚ ਜੇ ਰੀਸੈਂਟਲੀ ਬੱਚੇ ਨੇ ਪੜ੍ਹਾਈ ਖਤਮ ਕੀਤੀ ਹੈ, 21 ਦਾ ਜਿਹੜਾ ਗ੍ਰੈਜੂਏਟ ਬੱਚਾ ਹੈਗਾ 21 ਦੇ ਵਿੱਚ ਜਿਹੜੀ ਹੈ ਪੜ੍ਹਾਈ ਖਤਮ ਕੀਤੀ ਹੈ, ਤੇ ਉਹ ਤਾਂ 6 ਈਚ ਲੈ ਲਵੇ, 1 2 3 4 ਵਾਰੀ ਜਿਹੜਾ ਹੈਗਾ ਟੈਸਟ ਦੇ ਕੇ ਔਰ 6 ਈਚ ਜਿਹੜਾ ਲੈ ਕੇ ਹੀ ਆਪਾਂ ਫਾਈਲ ਲਾਈਏ ਤਾਂ ਕਿ ਰਿਸਕ ਵਾਲੀ ਗੱਲ ਨਾ ਹੋਵੇ, ਵੀਜ਼ਾ ਚਾਂਸਿਸ ਹਾਈ ਹੋਣ। ਔਰ ਅਗਰ ਗੈਪ ਹੈਗਾ ਜਿਸ ਤਰ੍ਹਾਂ 18-19 ਇਸ ਤਰ੍ਹਾਂ ਬੱਚੇ ਨੇ ਕੀਤਾ ਤੇ ਆਪਾਂ ਜ਼ਿਆਦਾ ਗੈਪ ਨਹੀਂ ਦੇਣਾ ਚਾਹੁੰਦੇ ਤੇ ਆਪਾਂ ਅੰਬੈਸੀ ਦੇ ਵਿੱਚ ਓਵਰਆਲ 6 ਨਾਟ ਲੈਸ ਦੈਨ 5.5 ਦੇ ਨਾਲ ਬਹੁਤ ਸਾਰੇ ਕਾਲਜਿਸ ਆਫਰ ਲੈਟਰ ਦਿੰਦੇ, ਐਡਮਿਸ਼ਨ ਦਿੰਦੇ ਨੇ। ਨਿਆਗਰਾ ਕਾਲਜ ਹੈਗਾ, ਕੋਨੈਸਟੋਗਾ ਕਾਲਜ ਹੈਗਾ, ਈਵਨ ਕਿ ਸ਼ੈਰੀਡਨ ਕਾਲਜ ਨੇ ਵੀ ਦੇਣੀ ਸ਼ੁਰੂ ਕਰ ਦਿੱਤੀ ਸੀ ਓਵਰਆਲ 6 ਨਾਟ ਲੈਸ ਦੈਨ 5.5, ਔਰ ਲਾਇਲਿਸਟ ਕਾਲਜ ਹੈਗਾ, MITT ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ, CNC ਕਾਲਜ ਹੈਗਾ, ਔਰ VCC ਕਾਲਜ ਹੈਗਾ। ਬੜੇ ਸਾਰੇ ਕਾਲਜਿਸ ਦੀ ਲਿਸਟ ਹੈਗੀ ਲੰਬੀ ਸਾਰੀ, ਤੇ ਉਹ ਸਾਰੇ ਕਾਲਜਿਸ ਬਹੁਤ ਸਾਰੇ ਦਿੰਦੇ ਨੇ, 10 ਚੋਂ 7-6 ਕਾਲਜ ਦਿੰਦੇ ਨੇ। ਤੇ ਆਪਾਂ ਐਡਮਿਸ਼ਨ ਲੈ ਕੇ ਅੰਬੈਸੀ ਦੇ ਵਿੱਚ ਫਾਈਲ ਲਗਾ ਲਾਂਗੇ, ਔਰ ਜਿੱਦਾਂ ਹੀ ਆਪਾਂ ਬੱਚੇ ਦੀ ਡਾਕੂਮੈਂਟ ਭੇਜ ਕੇ ਐਡਮਿਸ਼ਨ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ, ਉਸ ਦੇ ਵਿੱਚ ਮਹੀਨਾ 2 ਮਹੀਨੇ 3 ਮਹੀਨੇ ਦਾ ਟਾਈਮ ਮਿਲਦਾ ਹੈਗਾ ਅੰਬੈਸੀ 'ਚ ਫਾਈਲ ਲਾਉਣ ਵਾਸਤੇ ਜੀ। ਔਰ ਉਸ ਟਾਈਮ ਦੇ ਵਿੱਚ ਸਟੂਡੈਂਟ ਇਮੀਡੀਏਟਲੀ ਆਈਲੈਟਸ ਜੁਆਇਨ ਕਰਕੇ, ਔਰ ਅਗਰ 6 ਐਂਡ ਓਵਰਆਲ 6 ਤੇ ਨਾਟ ਲੈਸ ਦੈਨ 5.5 ਹੈਗੇ ਤਾਂ 6 ਈਚ ਦੀ ਕੋਸ਼ਿਸ਼ ਕਰ ਲਵੇ, ਭਾਵੇਂ 2-3-4 ਵਾਰ ਦੇਣਾ ਪਵੇ ਟੈਸਟ। ਔਰ ਅਗਰ ਆਪਾਂ ਅੰਬੈਸੀ ਦੇ ਵਿੱਚ ਜਿਹੜੀ ਫਾਈਲ ਹੈਗੀ ਹੈ, ਪਹਿਲੀ ਗੱਲ ਤਾਂ ਵੇਟ ਕਰਕੇ ਬੱਚੇ ਦਾ ਰਿਜ਼ਲਟ ਵੇਟ ਕਰਕੇ ਫਿਰ ਲਾਵਾਂਗੇ, ਐਂਡ ਵਾਈਲ ਦਾ ਪ੍ਰੋਸੈਸ ਜਿਹੜਾ ਹੈ ਇਨ ਪ੍ਰੋਸੈਸ ਹੈਗੀ ਆ ਫਾਈਲ, ਤੇ ਆਪਾਂ ਜੇ 6 ਈਚ ਜਦੋਂ ਵੀ ਆਏ ਰਿਜ਼ਲਟ ਤੇ ਆਪਾਂ ਅੰਬੈਸੀ ਨੂੰ ਅਪਡੇਟ ਕਰ ਦੇਵਾਂਗੇ। ਸੋ ਉਹ ਜਿਹੜਾ ਹੈ ਕੋਸ਼ਿਸ਼ 6 ਈਚ ਦੀ। ਔਰ ਕਈ ਬੱਚੇ ਇਨਸਿਸਟ ਕਰਦੇ ਨੇ, ਮਤਲਬ ਘਬਰਾਉਂਦੇ ਨੇ ਔਰ ਜਿੱਦ ਕਰਦੇ ਨੇ ਜੀ ਅਸੀਂ ਨਹੀਂ ਦੇਣਾ, ਔਰ ਉਸ ਦੇ ਨਾਲ ਮੰਨ ਲਓ ਕਿ ਉਹ ਜਿਹੜਾ ਮੈਂ ਦੱਸਿਆ ਕਿ 20-30% ਜਿਹੜਾ ਜ਼ਿਆਦਾ ਜਿਹੜਾ ਹੈਗਾ ਹਾਈ 'ਚ ਗਿਆ ਹੋਇਆ ਨੈਗੇਟਿਵ ਰੇਟ ਜਿਹੜਾ ਹੈ ਰਿਫਿਊਜ਼ਲ ਰੇਟ। ਸੋ ਅਗਰ ਕਿ ਰਿਫਿਊਜ਼ਲ ਹੁੰਦੀ ਹੈ ਬੱਚੇ ਦੀ, ਫਿਰ ਬੱਚਾ ਟੈਨਸ਼ਨ ਅਪਸੈਟ ਤੇ ਘਬਰਾਉਣ ਵਾਲੀ ਗੱਲ ਔਰ ਨੈਚੁਰਲੀ ਬੁਰੀ ਹਾਲਤ, ਤੇ ਉਸ ਨੂੰ ਅਵੋਇਡ ਕਰਨ ਵਾਸਤੇ ਮੇਰੀ ਬੱਚਿਆਂ ਨੂੰ ਸਲਾਹ ਹੈਗੀ ਹੈ ਕਿ ਥੋੜ੍ਹੀ ਜਿਹੀ ਮਿਹਨਤ ਕਰਨਾ। 10-20 ਹਜ਼ਾਰ ਦਾ ਖਰਚਾ ਹੋਏਗਾ, ਥੋੜ੍ਹੀ ਜਿਹੀ ਬੱਚੇ ਦੀ ਮਿਹਨਤ ਹੋਏਗੀ, ਲੇਕਿਨ ਜ਼ਿੰਦਗੀ ਭਰ ਦਾ ਜਿਹੜਾ ਹੈ ਤੁਹਾਡਾ ਸੁੱਖ ਔਰ ਤੁਹਾਡੀ ਜਿਹੜੀ ਹੈ ਖੁਸ਼ੀ ਤੁਹਾਨੂੰ ਮਿਲ ਜਾਏਗੀ। ਸੋ ਟੇਕ ਕੇਅਰ ਅਬਾਊਟ ਦੈਟ ਜੀ। ਅੱਛਾ, ਫਿਰ ਹੁਣ ਰਿਫਿਊਜ਼ਲ ਵਾਲੇ ਸਟੂਡੈਂਟਸ ਨੂੰ ਕੀ ਗਾਈਡ ਕੀ ਕਰ ਰਹੇ ਹੋ ਵੀ ਦੁਬਾਰਾ ਤੋਂ ਨਾਲ ਦੇ ਨਾਲ ਚਾਂਸ ਲੈ ਲੈਣ, ਅਪਲਾਈ ਕਰ ਦੇਣ, ਇਨਟੇਕ ਹੈਗਾ, ਅਵੇਲੇਬਲ ਹੈਗਾ, ਸੀਟ ਮਿਲੇਗੀ?
ਬਿਲਕੁਲ ਦੇਖੋ ਸੀਟ ਤਾਂ ਡਿਪੈਂਡ ਕਰਦਾ ਹੈ ਕਿ ਬਹੁਤ ਸਾਰੇ ਕਾਲਜਿਸ ਦੇ ਵਿੱਚ ਰਸ ਕਿਉਂਕਿ ਐਸਡੀਐਸ ਦੇ ਵਿੱਚ ਪਹਿਲਾਂ ਜਿਹੜਾ ਹੈਗਾ ਇੰਡੀਆ ਹੁੰਦਾ ਸੀਗਾ, ਚਾਈਨਾ ਹੁੰਦਾ ਸੀਗਾ, ਬਾਅਦ ਵਿੱਚ ਇਹਨਾਂ ਨੇ ਫਿਲੀਪੀਨਸ ਔਰ 2-3 ਕੰਟਰੀਜ਼ ਪਾਕਿਸਤਾਨ ਨੂੰ ਵੀ ਐਂਟਰ ਜਿਹੜਾ ਵਿੱਚ ਕਰ ਲਿਆ ਸੀਗਾ। ਹੁਣ ਜਿਹੜੇ ਹੈ ਤਕਰੀਬਨ 8 ਕੰਟਰੀਜ਼ ਹੋਰ ਇਹਨਾਂ ਨੇ ਵਿੱਚ ਜਿਹੜੇ ਇਨਕਲੂਡ ਕੀਤੇ ਨੇ, ਸਾਰੇ ਕਾਫੀ ਸਾਰੇ ਕੰਟਰੀਜ਼ ਨੇ। ਹਾਲਾਂਕਿ ਜ਼ਿਆਦਾ ਜਿਹੜਾ ਹੈਗਾ ਸਟੂਡੈਂਟਸ ਹਾਲੇ ਵੀ ਚਾਈਨਾ ਔਰ ਇੰਡੀਆ, ਔਰ ਨੰਬਰ 1 ਤੇ ਇੰਡੀਆ ਜਿਹੜਾ ਹੈਗਾ ਨੰਬਰ 1 ਤੇ ਹੈਗਾ। ਸੋ ਚੰਗੀ ਗੱਲ ਹੈਗੀ ਹੈ, ਲੇਕਿਨ ਫਿਰ ਵੀ ਇਹਨਾਂ ਜਿਹੜੀ ਹੈ ਚੀਜ਼ਾਂ ਦਾ ਖਿਆਲ ਰੱਖ ਕੇ ਕਿ ਆਪਣਾ ਸਾਰਾ ਕੈਰੀਅਰ ਨੂੰ ਧਿਆਨ 'ਚ ਰੱਖ ਕੇ ਔਰ 6 'ਚ ਲੈ ਕੇ ਅਗਰ ਲਾ ਲਈਏ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਅਗੇਨ ਕਿ ਉਹ ਜਿਹੜਾ ਇੰਪਰੂਵਮੈਂਟ ਕਰਕੇ ਔਰ ਹਰ ਚੀਜ਼ ਦਾ ਧਿਆਨ ਦੇ ਵਿੱਚ ਰੱਖ ਕੇ। ਹਾਲਾਂਕਿ ਇੱਥੋਂ ਇੰਡੀਆ ਤੋਂ ਸਟੂਡੈਂਟਸ ਬਹੁਤ ਜ਼ਿਆਦਾ ਜਾ ਰਹੇ ਨੇ, ਸਕਸੈਸ ਰੇਟ ਹੁਣ ਵੀ ਬੜਾ ਹਾਈ ਹੈਗਾ, ਲੇਕਿਨ ਕਿਹੜਾ ਕਾਲਜ ਲੈਣਾ, ਕਿਹੜਾ ਕੋਰਸ ਲੈਣਾ, ਇਹ ਸਾਰੀਆਂ ਡਿਟੇਲ ਦੇ ਵਿੱਚ ਆਪਣੇ ਚੰਗਾ ਕੰਸਲਟੈਂਟ ਚੁਣ ਕੇ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ICCRC ਮੈਂਬਰ ਕੈਨੇਡਾ ਐਮਬੈਸੀ ਦੀ ਵੈਬਸਾਈਟ ਤੇ ਨਾਮ ਹੈਗਾ ICCRC ਮੈਂਬਰਸ ਦਾ ਸਾਡਾ। ਅੱਛਾ, ਫਰਕ ਕੀ ਹੈ ਹੁਣ? ਤੁਸੀਂ ਕੀ ਸਪੈਸ਼ਲ ਗਾਈਡ ਕਰਦੇ ਹੋ, ਵੱਖਰਾ ਗਾਈਡ ਕਰਦੇ ਹੋ ਜੋ ਇੱਕ ਨਾਰਮਲ ਕੰਸਲਟੈਂਟ ਨਹੀਂ ਕਰ ਰਿਹਾ? ਦੇਖੋ ਕਵਿਤਾ ਜੀ, ICCRC ਮੈਂਬਰ ਕੀ, ਜਦੋਂ ਆਪਾਂ ਡਾਕਟਰੀ ਵੀ ਕਰਦੇ ਹਾਂ, ਡਾਕਟਰੀ ਦਾ ਮਤਲਬ ਆਪਾਂ ਐਗਜ਼ਾਮੀਨੇਸ਼ਨ ਕਰਵਾਉਣਾ ਹੈਗਾ, ਆਪਣਾ ਟ੍ਰੀਟਮੈਂਟ ਲੈਣਾ ਹੈਗਾ ਤੇ ਆਪਾਂ ਡਾਕਟਰ ਲੱਭਣਾ ਹੈਗਾ ਤੇ ਉਸ ਦੀ ਵੀ ਡਿਗਰੀਆਂ ਆਪਾਂ ਦੇਖਦੇ ਹੈਗੇ ਹਾਂ। ਹਰ ਕੰਮ ਕਰਾਉਣ ਵਾਸਤੇ ਅਸੀਂ ਐਕਸਪਰਟ ਲੱਭਦੇ ਹੈਗੇ ਹਾਂ। ਤੇ ICCRC ਮੈਂਬਰ ਕੀ ਹੈ ਕਿ ਜਿਹੜੀ ਇਮੀਗ੍ਰੇਸ਼ਨ ਇਜ਼ ਨਾਟ ਅ ਰੈਗੂਲੇਟਡ ਪ੍ਰੋਫੈਸ਼ਨ ਇਨ ਇੰਡੀਆ। ਕੋਈ ਵੀ ਬੰਦਾ 10ਵੀਂ 12ਵੀਂ ਵਾਲਾ ਜਿਹੜਾ ਹੱਥੀ ਖੋਲ ਕੇ ਔਰ ਉਹ ਇੱਕ ਕਾਲਜ ਵਾਲੇ ਨਾਲ ਗੱਲ ਹੁੰਦੀ ਪਈ ਸੀ ਮੇਰੀ, ਅਸੀਂ ਸੈਮੀਨਾਰ ਤੇ ਬੈਠੇ ਸੀ ਤੇ ਕਾਲਜ ਵਾਲੇ ਨਾਲ ਗੱਲ ਹੋਈ ਕਿ ਜੀ ਕਾਫੀ ਜ਼ਿਆਦਾ ਜਿਹੜੇ ਕੰਸਲਟੈਂਟ ਗ੍ਰੈਜੂਏਟ ਹੋਣਗੇ ਤੇ ਉਹਨਾਂ ਦੀ ਗੱਲਬਾਤ ਹੁੰਦੀ ਹੈ, ਕਾਫੀ ਉਹਨਾਂ ਦੀ ਦੇਖਦੇ ਨੇ ਉਹ, ਤੇ ਉਹ ਕਾਲਜ ਵਾਲਾ ਰਿਪਰੈਜ਼ੈਂਟੇਟਿਵ ਕਹਿੰਦਾ ਵੀ ਅਸੀਂ ਮੇਰੇ ਨਾਲ ਗੱਲ ਹੋ ਰਹੀ ਸੀ ਕਿ ਬਹੁਤ ਘੱਟ ਕੰਸਲਟੈਂਟ ਈਵਨ ਕਿ ਗ੍ਰੈਜੂਏਟ ਹੈਗੇ ਨੇ, ਜ਼ਿਆਦਾਤਰ ਜਿਹੜੇ ਨੇ +2 ਨੇ। ਸੋ ਇਸ ਦੇ ਵਿੱਚ ਤੁਸੀਂ ਦੇਖੋ ਕਿ ਪਹਿਲਾਂ ਕਾਲਜ ਦੀ ਐਡਮਿਸ਼ਨ ਰਿਕੁਆਇਰਮੈਂਟਸ, ਅਲੱਗ-ਅਲੱਗ ਕੋਰਸਿਸ ਨੂੰ ਦੇਖਣਾ, ਐਡਮਿਸ਼ਨ ਰਿਕੁਆਇਰਮੈਂਟਸ ਨੂੰ ਦੇਖਣਾ, ਫਿਰ ਵੀਜ਼ਾ ਦੇ ਰੂਲਸ ਰੈਗੂਲੇਸ਼ਨਸ ਪੋਲਿਸੀਜ਼ ਨੂੰ ਦੇਖਣਾ। ਸੋ ਇਹ ਇਸ ਵਿੱਚ ਕਾਫੀ ਨੌਲੇਜ ਔਰ ਬੰਦਾ ਜਿਹੜਾ ਨੌਲੇਜ ਔਰ ਐਜੂਕੇਟਿਡ ਡੈਫੀਨੇਟਲੀ ਹੋਣਾ ਚਾਹੀਦਾ ਹੈਗਾ। ਬੱਚੇ ਦੇ ਕੈਰੀਅਰ ਨੂੰ ਬਣਾਉਣਾ ਹੈਗਾ, ਕੋਈ ਖੇਡ ਨਹੀਂ ਹੈਗਾ। ਔਰ ICCRC ਮੈਂਬਰਸ ਦੀ ਜਿਹੜੀ ਤੁਸੀਂ ਗੱਲ ਕੀਤੀ ਤੇ ਉਹ ਬਣਨ ਵਾਸਤੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈਗਾ। ਇਮੀਗ੍ਰੇਸ਼ਨ ਲਾਅ ਕਿਸੇ ਕਾਲਜ ਕੈਨੇਡੀਅਨ ਕਾਲਜ ਯੂਨੀਵਰਸਿਟੀ ਤੋਂ ਪਾਸ ਕਰਨਾ ਜ਼ਰੂਰੀ ਹੈਗਾ। ਉਸ ਤੋਂ ਬਾਅਦ ਫਿਰ ਇਹਨਾਂ ਦਾ ਐਡਵੋਕੇਸੀ ਜਿਹੜਾ ਹੈਗਾ, ਸਾਡਾ ਜਿਹੜੇ ਮੈਂਬਰਸ਼ਿਪ ਜਿਹੜਾ ਹੈਗਾ ਐਂਟਰੈਂਸ ਐਗਜ਼ਾਮੀਨੇਸ਼ਨ ਹੈਗਾ, ਔਰ ਉਹ ਸਾਰੇ ਪਾਸ ਕਰਨ ਤੋਂ ਆਈਲੈਟਸ ਦਾ ਜਿਹੜਾ ਹੈਗਾ 8777 ਇਸ ਵਕਤ ਲੈਣੇ ਜ਼ਰੂਰੀ ਹੈਗੇ ਤੇ ਉਹ ਲੈ ਕੇ ਅਸੀਂ ICCRC ਮੈਂਬਰ ਬਣਦੇ ਆ। ਔਰ ICCRC ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ ਉਹ ਔਰ ਕੈਨੇਡੀਅਨ ਐਮਬੈਸੀ ਸਾਨੂੰ ਲੇਟੈਸਟ ਰੂਲਸ ਐਂਡ ਰੈਗੂਲੇਸ਼ਨਸ ਤੋਂ ਅਪਡੇਟਡ ਰੱਖਦੀ ਹੈਗੀ ਹੈ। ਔਰ ਉਹੀ ਇਮੀਗ੍ਰੇਸ਼ਨ ਲਾਅ ਦੇ ਵਿੱਚ ਕੀ ਪੜ੍ਹਦੇ ਹਾਂ ਅਸੀਂ, IRPA ਜਿਹੜਾ ਹੈ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, ਔਰ IRPR ਦਾ ਮਤਲਬ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਜਿਹੜੇ ਜਿਨ੍ਹਾਂ ਦੇ ਆਧਾਰਿਤ ਹੈਗਾ ਸਾਰੇ ਰੂਲਸ ਰੈਗੂਲੇਸ਼ਨਸ ਪੋਲਿਸੀਜ਼ ਕਾਨੂੰਨ ਇਮੀਗ੍ਰੇਸ਼ਨ ਦਾ, ਉਹ ਅਸੀਂ ਉੱਥੇ ਜਿਹੜਾ ਹੈ ਕਿਤਾਬਾਂ ਵਿੱਚ ਸਾਡਾ ਜਿਹੜੇ ਡਿਊਰਿੰਗ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮ ਅਸੀਂ ਪੜ੍ਹਦੇ ਹਾਂ ਉੱਥੇ ਉਸ ਦੇ ਵਿੱਚ ਕਰਦੇ ਹੈਗੇ ਆ। ਸੋ ਉਹ ਨੈਚੁਰਲੀ ਕਿ ਇਹ ਇੱਕ ਜਿਹੜੀ ਹੈ ਇਹ ਜ਼ਰੂਰੀ ਹੈਗਾ। ਇਮੀਗ੍ਰੇਸ਼ਨ ਇਜ਼ ਅ ਰੈਗੂਲੇਟਡ ਪ੍ਰੋਫੈਸ਼ਨ ਇਨ ਕੈਨੇਡਾ, ਔਰ ਕੈਨੇਡਾ ਦੇ ਵਿੱਚ ਆਫਿਸ ਖੋਲ੍ਹਣ ਵਾਸਤੇ ਔਰ ਕੈਨੇਡਾ ਦੇ ਲਈ ਕਲਾਇੰਟਸ ਦੀ ਫਾਈਲਾਂ ਲਾਉਣ ਵਾਸਤੇ ਔਰ ਕਲਾਇੰਟਸ ਨੂੰ ਕਿਸੇ ਵੀ ਇਮੀਗ੍ਰੇਸ਼ਨ ਰਿਲੇਟਡ ਇਨਫੋਰਮੇਸ਼ਨ ਦੇਣ ਵਾਸਤੇ ਕਿ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ ਹੋਰ ਜਿਹੜੇ ਨੇ, ਉਸ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸ, PNP ਜਿਹੜੀ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੀ ਅਲੱਗ-ਅਲੱਗ ਜਿਹੜੀ ਕੈਟਾਗਰੀਜ਼ ਜਿਹੜੀ ਪਰਮਾਨੈਂਟ ਰੈਜ਼ੀਡੈਂਸ ਦੀਆਂ ਹੈਗੀਆਂ ਨੇ, ਉਹ ਰੂਲਸ ਰੈਗੂਲੇਸ਼ਨਸ ਸਾਰੀ ਡਿਟੇਲ ਜਿਹੜੀ ਹੈਗੀ ਹੈ ਉਹਨਾਂ ਨੂੰ ਦੇਣ ਵਾਸਤੇ ICCRC ਮੈਂਬਰ ਹੋਣਾ ਜ਼ਰੂਰੀ ਹੈਗਾ। ਇਹ ਸਾਰੀ ਡਿਟੇਲ ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਦਿੱਤੀ ਹੋਈ ਜਿਹੜੀ ਮੈਂ ਬੋਲਦਾ ਪਿਆ। ਔਰ ICCRC ਦੀ ਜਿਹੜੀ ਹੈ ਜਿਹੜੀ CIC ਕੈਨੇਡੀਅਨ ਐਮਬੈਸੀ ਦੀ ਵੈਬਸਾਈਟ ਇਹ ਜਿਹੜੀ ਹੈਗੀ ਆ ਉੱਥੇ ਵੀ ਜਾ ਕੇ ਆਪਾਂ ਇਹ ਸਾਰੀਆਂ ਗੱਲਾਂ ਦੇਖ ਸਕਦੇ ਹਾਂ ਜੀ। ਅੱਛਾ, ਤੁਸੀਂ ਤਾਂ ਡਾਕਟਰੀ ਵੀ ਕੀਤੀ ਹੋਈ ਹੈ ਰਾਈਟ? ਫਿਰ ਤੁਸੀਂ ਇਸ ਇਮੀਗ੍ਰੇਸ਼ਨ ਦੀ ਪੜ੍ਹਾਈ ਕਰਨ ਦੀ ਕੀ ਲੋੜ ਪੈ ਗਈ? ਤੁਸੀਂ ਤਾਂ ਵਧੀਆ ਡਾਕਟਰ ਦੇ ਵਿੱਚ ਵੀ ਕਾਫੀ ਲਾਈਕ ਵਧੀਆ ਇੱਕ ਮੁਕਾਮ ਹਾਸਲ ਕਰ ਸਕਦੇ ਹੋ। ਬਿਲਕੁਲ, ਦੇਖੋ ਉਹ ਤਾਂ ਇੱਕ ਆਊਟ ਆਫ ਦ ਵੇ ਜਾ ਕੇ ਗੱਲ ਇਹ ਹੈਗੀ ਹੈ ਕਿ ਜਦੋਂ ਰੱਬ ਮਿਹਰ ਕਰਦਾ ਹੈ ਸਭ ਰਸਤੇ ਆਪਣੇ ਆਪ, ਜੋ ਰੱਬ ਨੇ ਜਿਸ ਤਰ੍ਹਾਂ ਦੀ ਸੀਟ ਦੇਣੀ ਹੈ, ਜੋ ਕੁਝ ਕਰਨਾ ਹੈਗਾ। ਕਿਸੇ ਵਕਤ ਜਿਹੜੀ ਡਾਕਟਰੀ ਜਿਹੜਾ ਹੈ ਮੇਰੇ ਦਿਮਾਗ ਦੇ ਵਿੱਚ ਇਹ ਸੀ, ਅਸੀਂ ਬੜੇ ਸਾਲ ਤਕਰੀਬਨ ਕੋਈ 15 ਸਾਲ ਡਾਕਟਰੀ ਦੀ ਸੇਵਾ ਕੀਤੀ ਔਰ ਉਸੇ ਤਰ੍ਹਾਂ ਬੜੇ ਗਰੀਬ ਲੋਕਾਂ ਦੀ ਮਦਦ, ਕੈਂਪ ਲਾਉਣੇ ਮੈਡੀਕਲ ਦੇ ਔਰ ਬੜੀ ਤਰ੍ਹਾਂ ਦੀ ਸੇਵਾ ਔਰ 24 ਆਵਰ ਐਮਰਜੈਂਸੀ ਸਰਵਿਸਿਜ਼, ਅੱਧੀ ਰਾਤ ਨੂੰ ਵੀ ਜਿਹੜੇ ਤਕਲੀਫ ਵਾਲੇ ਲੋਕਾਂ ਨੂੰ ਦੇਖਣਾ, ਬੜੀ ਸੇਵਾ ਕੀਤੀ।
ਲੇਕਿਨ ਮੈਂ ਇਹ ਸਮਝਦਾ ਬੜਾ ਹੀ ਟੈਂਸ਼ਨ ਵਾਲਾ ਜਿਹੜਾ ਹੈਗਾ ਉਹ ਇੱਕ ਪ੍ਰੋਫੈਸ਼ਨ ਹੈਗਾ ਡਾਕਟਰੀ, ਔਰ ਮੈਂ ਡਾਕਟਰੀ ਬੜੇ ਸਾਲ ਕੀਤੀ ਹੈਗੀ ਹੈ, ਔਰ ਮੈਂ ਜੈਨੂਅਨਲੀ ਦਿਲ ਤੋਂ ਕਹਿਣਾ ਹੈਗਾ, ਜਿਸ ਤਰ੍ਹਾਂ ਕਿ ਆਪਾਂ ਬੜੇ ਘੱਟ ਲੋਕ ਅੱਜ ਕੱਲ੍ਹ ਮੰਨਦੇ ਨੇ ਔਰ ਇਹ ਸੋਚਦੇ ਨੇ ਕਿ ਪੈਸੇ ਦਿੱਤੇ ਤੇ ਕੰਮ ਕਰਾਇਆ ਡਾਕਟਰ ਨੂੰ, ਲੇਕਿਨ ਡਾਕਟਰ ਵਾਕਈ ਰੱਬ ਦਾ ਰੂਪ ਔਰ ਜੈਨੂਅਨਲੀ ਬਹੁਤ ਹੀ ਜਿਹਨੂੰ ਕਹਿੰਦੇ ਆ ਕਿ ਇਹ ਸੈਕਰੀਫਾਈਸਿੰਗ ਜੌਬ ਹੈਗੀ ਆ, ਆਪਣੇ ਆਪ ਨੂੰ ਕੁਰਬਾਨ ਕਰਨਾ ਪੈਂਦਾ ਹੈਗਾ, ਬਹੁਤ ਹਾਈ ਲੈਵਲ ਟੈਂਸ਼ਨ ਇਸ ਦੇ ਵਿੱਚ, ਕਿਉਂਕਿ ਅਸੀਂ ਡਾਕਟਰ ਜਿਹੜਾ ਹੈ ਬੀਇੰਗ ਏ ਡਾਕਟਰ ਅਸੀਂ ਲਾਈਫ ਨਾਲ ਖੇਡਦੇ ਪਏ, ਅਗਲੇ ਦੀ ਜ਼ਿੰਦਗੀ ਨਾਲ ਹੈਗਾ ਕੋਈ। ਸੋ ਸੇਮ ਇਹ ਤਾਂ ਫਿਰ ਹੁਣ ਇਮੀਗ੍ਰੇਸ਼ਨ ਐਜ਼ ਅ ਕੰਸਲਟੈਂਟ ਹੋਣ ਦੇ ਨਾਤੇ ਵੀ ਤੁਹਾਡਾ ਫਰਜ਼ ਬਣਦਾ ਹੈ। ਬਿਲਕੁਲ ਉਸ ਟਾਈਮ ਇਹ ਸੋਚਿਆ ਸੀ ਕਿ ਸ਼ਾਇਦ ਉਨੇ ਲੈਵਲ ਦੀ ਟੈਨਸ਼ਨ ਨਾ ਹੋਵੇ, ਲੇਕਿਨ ਦੇਖਿਆ ਜਾਵੇ ਤਾਂ ਮੈਂ ਦੇਖਿਆ ਕਿ ਉਹਦੇ ਵਿੱਚ ਲਾਈਫ ਨਾਲ ਸੀ LIFE, ਇਸ ਦੇ ਵਿੱਚ ਫਾਈਲਾਂ ਨਾਲ ਕਰਦੇ ਆ, FILE ਵਰਡ ਉਹੀ ਸੇਮ ਨੇ। ਔਰ ਮੈਨੂੰ ਨਹੀਂ ਇਹ ਗੱਲ ਪਤਾ ਸੀ ਕਿ ਉਸ ਟਾਈਮ ਤੇ ਜਦੋਂ ਮੈਂ ਜੁਆਇਨ ਕੀਤਾ 2003 ਚ ਇਹ ਫੀਲਡ ਚੁਣਿਆ ਕਿ ਇਸ ਦੇ ਵਿੱਚ ਵੀ ਜਿਹੜੇ ਸਟੂਡੈਂਟ ਨੇ ਜਾਂ ਜਿਨ੍ਹਾਂ ਦਾ ਵੀਜ਼ਾ ਵਾਲੇ ਨੇ ਉਹ ਬਹੁਤ ਜ਼ਿਆਦਾ ਹਾਈ ਟੈਂਸ਼ਨ ਲੈਂਦੇ ਨੇ ਕਿ ਅਗਰ ਵੀਜ਼ਾ ਨਾ ਲੱਗੇ ਜਾਂ ਇਹ ਸੋਚ ਕੇ ਵੀਜ਼ਾ ਨਾ ਲੱਗੇ ਤਾਂ ਮੇਰਾ ਕੀ ਹੋਊਗਾ, ਵੀਜ਼ਾ ਲੱਗ ਜੇ ਇੱਕ ਮਿੰਟ ਔਖਾ ਭਾਰਾ ਨਿਕਲਦਾ ਉਹਨਾਂ ਦਾ, ਔਰ ਅਸੀਂ ਉਸ ਚੀਜ਼ ਦਾ ਧਿਆਨ ਰੱਖਦੇ ਹੈਗੇ ਹਾਂ। ਲੇਕਿਨ ਆਫ ਕੋਰਸ ਇਸ ਦੇ ਵਿੱਚ ਵੀ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈਗਾ, ਔਰ ਲੇਕਿਨ ਇਹ ਹੈ ਕਿ ਇਸ ਦੇ ਵਿੱਚ ਬੈਕ ਐਂਡ 'ਤੇ ਵੀ ਕਰ ਸਕਦੇ ਹਾਂ। ਉਸ ਦੇ ਵਿੱਚ ਹਰ ਜਿਹੜਾ ਪੇਸ਼ੈਂਟ ਨੂੰ ਸਟੈਥੋਸਕੋਪ ਲੈ ਕੇ ਆਪ ਹੀ ਚੈੱਕ ਕਰਨਾ ਪੈਂਦਾ ਜੀ, ਭਾਵੇਂ 10 ਡਾਕਟਰ ਹੋਰ ਬੁਲਾ ਲਈਏ ਤੇ ਜਿਹੜੇ ਸਾਡੇ ਰੋਜ਼ ਦੇ ਮਰੀਜ਼ ਹੁੰਦੇ ਸੀ ਉਹ ਕਹਿੰਦੇ ਜੀ ਸਾਡਾ ਡਾਕਟਰ ਰਵੀ ਗਰਗ ਬੁਲਾਓ ਪਹਿਲਾਂ। ਸੋ ਉਹ ਉਸ ਦੇ ਵਿੱਚ ਇਹਦੇ ਵਿੱਚ ਇਹ ਹੈ ਕਿ ਅਲੱਗ-ਅਲੱਗ ਆਫਿਸਿਸ ਬੈਕ ਐਂਡ 'ਤੇ ਬੈਠ ਕੇ ਫੋਨ 'ਤੇ ਵੀ ਗੱਲ ਕੀਤੀ ਜਾ ਸਕਦੀ ਹੈ, ਔਰ ਜਿਸ ਤਰ੍ਹਾਂ ਪਹਿਲਾਂ ਗੱਲ ਕਰਦੇ ਸਾਰੀਆਂ ਫਾਈਲਾਂ ਸਾਰੇ ਇੰਸਟਰਕਸ਼ਨਸ ਔਰ ਬੜੀ ਟ੍ਰੇਨਿੰਗ ਗਾਈਡੈਂਸ ਜਿਹੜੀ ਹੈ ਕਾਉਂਸਲਰਸ ਮੈਨੇਜਰਸ ਨੂੰ ਦਿੱਤੀ ਹੁੰਦੀ ਹੈਗੀ ਹੈ ਮੇਰੀ, ਔਰ ਨੋਟਸ ਭੇਜੇ ਹੁੰਦੇ ਨੇ, ਟ੍ਰੇਨਿੰਗ ਦਿੱਤੀ ਹੁੰਦੀ ਹੈ ਮੇਰੇ ਮੁਤਾਬਕ। ਜਿਸ ਤਰ੍ਹਾਂ ਮੈਂ ਗੱਲ ਕੀਤੀ ICCRC ਦੀ ਬੜੀ ਡੂੰਘੀ ਜਿਹੜੀ ਹੈ ਜਾਣਕਾਰੀ ਉਹਨਾਂ ਨੂੰ ਦੇ ਕੇ ਅਸੀਂ ਸਾਰੇ ਸਟੂਡੈਂਟਸ ਦਾ ਕੰਮ ਔਰ ਬੈਕਐਂਡ 'ਤੇ ਸਾਰੇ ਕੈਮਰੇ ਲੱਗੇ ਹੋਏ ਆ, ਸਾਰੇ ਆਫਿਸਿਸ ਦੀ ਇੱਕ ਐਕਟੀਵਿਟੀ 'ਤੇ ਨਜ਼ਰ, ਔਰ ਕਿਹੜੇ ਸਟੂਡੈਂਟ ਨੂੰ ਕਿਹੜਾ ਕੋਰਸ ਦਿੱਤਾ ਪ੍ਰੋਫਾਈਲ ਦੇ ਮੁਤਾਬਕ ਉਹ ਸਾਰਾ ਸੌਫਟਵੇਅਰ 'ਤੇ ਇੰਟਰਨੈਟ 'ਤੇ ਆ ਜਾਣਾ। ਸਾਨੂੰ ਪਤਾ ਲੱਗਣਾ ਕਿ ਅੱਜ ਇਹ ਸਟੂਡੈਂਟ ਆਏ ਸੀ, ਉਹਨਾਂ ਨੇ ਇਨਰੋਲਮੈਂਟ ਕੀਤੀ ਔਰ ਉਹਨਾਂ ਨੂੰ ਇਹ ਕੋਰਸਿਸ ਐਡਵਾਈਸ ਕੀਤੇ, ਔਰ ਉਹ ਸਾਰੀ ਜਿਹੜੀ ਹੈਗੀ ਹੈ ਇੱਕ ਮਿੰਟ ਦੀ ਕਾਰਵਾਈ, ਔਰ ਫਾਈਲ ਬਣਨੀ ਹੈ, ਫਾਈਲ ਦੇ ਵਿੱਚ ਡਾਕੂਮੈਂਟ ਲੱਗਣੇ ਆ, ਫਾਈਲ ਮੇਰੇ ਕੋਲ ਆਉਣੀ ਹੈ, ਚੈੱਕ ਹੋਣੀ ਹੈ, ਫਿਰ ਸਬਮਿਟ ਹੋਣੀ ਹੈ ਐਮਬੈਸੀ ਦੇ ਵਿੱਚ। ਸੋ ਇਹ ਸਾਰੀ ਜਿਹੜੀ ਹੈਗੀ ਹੈ ਹੁਣ ਵੀ ਜਿਹੜੀ ਹੈ ਇਸ ਤਰੀਕੇ ਨਾਲ। ਲੇਕਿਨ ਇਹ ਕਿ ਜਦੋਂ ਮੈਂ ਕਵਿਤਾ ਜੀ ਜਿਹੜੀ ਤੁਸੀਂ ਉਹ ਠੱਗੀ ਦੀ ਵੀ ਗੱਲ ਕੀਤੀ ਸੀ ਕਿ ਗੜਬੜ ਕਰਦੇ ਨੇ ਕੰਸਲਟੈਂਟ ਜਿਹੜੇ ਹੈ, ਮੈਂ 2003 'ਚ ਜਦੋਂ ਡਾਕਟਰੀ ਤੋਂ ਚੱਲ ਕੇ ਇਸ ਦੇ ਵਿੱਚ ਕਦਮ ਰੱਖਿਆ ਇਮੀਗ੍ਰੇਸ਼ਨ ਕੰਸਲਟੈਂਟ, ਜਦੋਂ ਮੈਂ ਫੀਲਡ ਚੁਣਿਆ ਤੇ ਮੇਰੇ ਪੇਸ਼ੈਂਟਸ ਨੂੰ ਜਦੋਂ ਪਤਾ ਲੱਗਿਆ, ਜ਼ਿਆਦਾਤਰ ਪੇਸ਼ੈਂਟਸ ਇਹ ਕਹਿੰਦੇ ਜੀ ਡਾਕਟਰ ਸਾਹਿਬ ਤੁਸੀਂ ਕਿਹੜਾ ਇਹ ਪੰਗਾ ਲੈ ਲਿਆ ਜਾਂ ਕਿਹੜਾ ਇਹ ਗਲਤ ਕੰਮ ਚੁਣ ਲਿਆ, ਤੇ ਡਰ ਲੱਗਿਆ 1 ਸਾਲ 2 ਸਾਲ। ਲੇਕਿਨ ਹੌਲੀ ਜਦੋਂ ਦੇਖਿਆ ਤੇ ਵਾਕਈ ਇਸ ਵੀਰ ਕਿਉਂਕਿ ਲੱਖਾਂ ਰੁਪਏ ਇਨਵੋਲਵਡ, 15-20 ਲੱਖ ਤੋਂ ਥੱਲੇ ਤਾਂ ਗੱਲ ਹੀ ਨਹੀਂ ਹੁੰਦੀ, ਉਸ ਤੋਂ ਥੱਲੇ ਭੇਜਿਆ ਨਹੀਂ ਜਾ ਸਕਦਾ ਬਾਹਰ, ਔਰ ਇੰਨੇ ਲੱਖਾਂ ਦੀ ਗੱਲ ਕਰੀਏ ਤੇ ਫਿਰ ਉਹ ਇਮਾਨਦਾਰੀ, ਆਪਣੇ ਮਨ ਨੂੰ ਕਾਬੂ 'ਤੇ ਜਿਹੜਾ ਇਮਾਨਦਾਰੀ ਰੱਖਣਾ ਬਹੁਤ ਵੱਡਾ ਕੰਮ ਹੈਗਾ। ਲੇਕਿਨ ਇਹ ਕਿਚੜ ਦੇ ਵਿੱਚ ਕਮਲ ਵਾਲੀ ਕਰਕੇ ਜਿਸ ਤਰੀਕੇ ਨਾਲ ਇਹ ਦਿਨੋਂ ਦਿਨ ਕੀਤਾ, ਔਰ ਅੱਜ ਹਜ਼ਾਰਾਂ ਲੋਕਾਂ ਦਾ ਜਿਹੜਾ ਕੰਮ ਕੀਤਾ ਬੜੀ ਘੱਟ ਫੀਸ ਦੇ ਵਿੱਚ, 100% ਓਨੈਸਟੀ, ਟਰਾਂਸਪੇਰੈਂਸੀ, ਕੇਅਰ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਸਮ ਖਾ ਕੇ, ਤੇ ਲੋਕੀ ਜਿਹੜੀ ਹੈ ਉਸ ਤੋਂ ਵੀ ਕਈ ਗੁਣਾ 100 ਗੁਣਾ ਜ਼ਿਆਦਾ ਮਾਨ, ਇੱਜ਼ਤ, ਵੈਲਿਊ ਮਿਲੀ। ਰੱਬ ਦਾ ਵੀ ਧੰਨਵਾਦ ਔਰ ਸਾਰੇ ਕਲਾਇੰਟਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੰਨੇ ਸਾਲਾਂ ਦੇ ਵਿੱਚ 2003 ਤੋਂ ਲੈ ਕੇ ਚੁਣਿਆ, ਔਰ ਅੱਜ ਇੰਡੀਆ ਦੀ ਵਨ ਆਫ ਦਾ ਟਾਪ ਫਿਊ ਕੰਸਲਟੈਂਟਸ। ਬਹੁਤ ਬਹੁਤ ਧੰਨਵਾਦ ਜੀ। ਜੀ ਸੋ ਫਿਲਹਾਲ ਇਹ ਇੱਕ ਚੰਗੀ ਜਿਹੜੀ ਤੁਸੀਂ ਸੇਵਾ ਕਰਦੇ ਆਏ ਹੋ ਸਟੂਡੈਂਟ ਜੀ, ਟਰਾਂਸਪੇਰੈਂਸੀ ਦੇਣਾ, ਤੁਸੀਂ ਜਿੱਦਾਂ ਖੁਦ ਵੀ ਕਹਿੰਦੇ ਹੋ, ਰਾਈਟ। ਸੋ ਇਹੀ ਕਾਰਨ ਹੈ ਕਿ ਜਿਹੜੇ ਸਾਡੇ ਦਰਸ਼ਕ ਨੇ, ਵਿਦਿਆਰਥੀ ਨੇ, ਤੁਹਾਡੇ ਨੂੰ ਦੇਖਦੇ ਨੇ, ਸ਼ੋਅ ਨੂੰ ਪਸੰਦ ਕਰਦੇ ਨੇ, ਜਾਂ ਤੁਹਾਡੇ ਥਰੂ ਆਪਣੀਆਂ ਫਾਈਲਸ ਰੈਡੀ ਕਰਵਾਉਂਦੇ ਨੇ, ਐਮਬੈਸੀ ਤੱਕ ਪਹੁੰਚਾਉਂਦੇ ਨੇ। ਫਿਲਹਾਲ ਜੀ ICCRC ਮੈਂਬਰ ਸਿਰਫ ਕੈਨੇਡਾ ਸਟੱਡੀ ਵੀਜ਼ਾ ਹੀ ਨਹੀਂ, ਬਾਕੀ ਜੋ ਵੀ ਕੈਨੇਡਾ ਦੀਆਂ ਕੈਟੇਗਰੀਜ਼ ਨੇ ਉਹਨਾਂ ਦੇ ਵਿੱਚ ਡੀਲ ਕਰਦੇ ਨੇ, ਤੇ ਹਾਲਾਂਕਿ ਬਾਕੀ ਕੰਟਰੀਜ਼ ਦੇ ਵਿੱਚ ਵੀ ਡੀਲ ਕਰਦੇ ਨੇ ਜੀ ਸਾਡੇ ਅੱਜ ਦੇ ਜਿਹੜੇ ਐਕਸਪਰਟ ਹੈਗੇ ਨੇ। ਬਿਲਕੁਲ ਆਸਟ੍ਰੇਲੀਆ ਦਾ ਕਵਿਤਾ ਜੀ ਖਾਸ ਤੌਰ ਤੇ, ਜਿਸ ਤਰ੍ਹਾਂ ਮੈਂ ICCRC ਦੀ ਬੜੀ ਸਾਰੀ ਗੱਲ ਕੀਤੀ ਹੈ, ਮੈਂ ICCRC ਮੈਂਬਰ, ਕੈਨੇਡਾ ਗਵਰਨਮੈਂਟ, ਕੈਨੇਡਾ ਐਮਬੈਸੀ ਤੋਂ ਮਨਜ਼ੂਰਸ਼ੁਦਾ। ਇਸ ਤਰ੍ਹਾਂ ਹੀ ਆਸਟ੍ਰੇਲੀਆ ਦੀ ਗਵਰਨਮੈਂਟ, ਆਸਟ੍ਰੇਲੀਆ ਦੀ ਐਮਬੈਸੀ ਤੋਂ ਮਨਜ਼ੂਰਸ਼ੁਦਾ ਹੁੰਦੇ ਨੇ ਮਾਰਾ ਮੈਂਬਰ, ਔਰ ਸਾਡੇ ਡਾਕਟਰ ਗਗਨਦੀਪ ਕੌਰ ਜੱਜੀ ਜਿਹੜੇ ਮੇਰੇ ਪਾਰਟਨਰ ਨੇ, ਔਰ ਜਿਹੜੇ ਮੇਰੇ ਕਲਾਸ ਫੈਲੋ ਸੀਗੇ ਪਹਿਲਾਂ, ਔਰ ਪਾਇਨੀਅਰ ਇਮੀਗ੍ਰੇਸ਼ਨ ਦੇ ਵੀ ਮੈਂਬਰ ਨੇ। ਉਹ ਆਸਟ੍ਰੇਲੀਆ ਦਾ ਸਾਰਾ ਕੰਮ, ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਔਰ ਸਾਰੇ ਜਿਹੜੇ ਆਸਟ੍ਰੇਲੀਆ ਦੇ ਕੇਸਿਸ ਵੀ ਦੇਖਦੇ ਨੇ। ਵੈਲਕਮ ਜੀ। ਸੋ ਫਿਲਹਾਲ ਇੱਕ ਵਾਰ ਫਿਰ ਤੋਂ ਗੱਲ ਕਰਦੇ ਹਾਂ ਜੀ ਹੁਣ ਸਾਡੇ ਸਟੱਡੀ ਵੀਜ਼ਾ ਕੈਨੇਡਾ ਜਿਨ੍ਹਾਂ ਸਟੂਡੈਂਟਸ ਨੇ ਅਪਲਾਈ ਕੀਤਾ। ਅੱਛਾ ਵੀਜ਼ਾਸ ਨਹੀਂ ਆਏ ਜੀ, ਉਹ ਤਾਂ ਚਲੋ ਦੁਬਾਰਾ ਤੋਂ ਅਪਲਾਈ ਕਰ ਦੇਣ ਨਾਲ ਦੇ ਨਾਲ, ਜ਼ਿਆਦਾ ਦੇਰੀ ਨਹੀਂ ਕਰਨੀ।
ਕਰਨੀ ਸੋ GIC ਤੋਂ, ਕਿਉਂਕਿ ਤੁਹਾਡਾ ਆਲਰੇਡੀ ਡਿਪੋਜ਼ਿਟ ਹੈਗਾ ਹੀ ਹੈ। ਸੋ ਫੀਸਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਟ੍ਰਾਂਸਫਰ ਜਿਹੜੀਆਂ ਹੈਗੀਆਂ ਨੇ ਕਰ ਸਕਦੇ ਹੋ ਦੂਸਰੇ ਕਾਲਜ ਦੇ ਵਿੱਚ, ਤੇ ਹੁਣ ਤੁਸੀਂ ਅਪਲਾਈ ਕਰਨਾ ਹੈ। ਸੋ ਕੋਰਸ ਦਾ ਧਿਆਨ ਰੱਖਣਾ ਹੈ। DLI ਨੰਬਰ, ਬਟ ਫਿਰ ਵੀ ਕਿ ਹਾਂਜੀ ਜਦੋਂ ਸਟੂਡੈਂਟ ਨਾਲ ਪੜ੍ਹਾਈ ਕਰ ਲੈਂਦਾ ਫਿਰ ਪਤਾ ਲੱਗਦਾ ਜੀ ਉਹ ਤਾਂ ਜਿਹੜਾ ਹੈਗਾ ਵਰਕ ਪਰਮਿਟ ਮਿਲ ਹੀ ਨਹੀਂ ਰਿਹਾ ਕਾਲਜ ਦੇ ਵੱਲੋਂ। ਬਿਲਕੁਲ, ਦੇਖੋ ਇਹਦੇ ਵਿੱਚ ਤਾਂ ਬੜਾ ਸਿੱਧਾ ਜਿਹਾ ਕੰਮ ਹੈਗਾ। ਬੜੇ ਸਾਰੇ ਸ਼ੋਜ਼ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਔਰ ਜਿਨ੍ਹਾਂ ਨੇ ਨਵੇਂ ਬੜੇ ਸਾਰੇ ਸਟੂਡੈਂਟਸ ਰੀਸੈਂਟਲੀ ਰਿਜ਼ਲਟ ਡਿਕਲੇਅਰ ਹੋਇਆ, ਬੜੇ ਸਟੂਡੈਂਟਸ ਜਾਣਾ ਚਾਹੁੰਦੇ ਨੇ, ਪੇਰੈਂਟਸ ਦੇਖਣਾ ਚਾਹੁੰਦੇ ਨੇ ਕਿਹੜੇ ਕੰਸਲਟੈਂਟ ਸਹੀ ਹੈਗੇ, ਕੀ ਰੂਲ ਰੈਗੂਲੇਸ਼ਨਸ ਹੈਗੇ ਨੇ, ਪਾਲਿਸੀਜ਼ ਹੈਗੀਆਂ। ਆਪਾਂ ਕੁਝ ਲਿਮਿਟਡ ਗੱਲਾਂ ਇੱਕ ਸ਼ੋਅ ਦੇ ਵਿੱਚ ਕਰ ਪਾਉਂਦੇ ਹਾਂ। ਮੇਰੇ ਜਿਹੜੇ ਆਪਣੇ ਜ਼ਿਆਦਾਤਰ ਸ਼ੋਜ਼ ਆਪਾਂ ਫੇਸਬੁੱਕ ਪੇਜ, ਇੰਸਟਾਗ੍ਰਾਮ, YouTube 'ਤੇ ਪਾ ਦਿੰਦੇ ਹੈਗੇ ਆ। ਉਸ ਦੇ ਵਿੱਚ ਅਲੱਗ-ਅਲੱਗ ਜਿਹੜੀ ਆ ਇਹ ਗੱਲਾਂ ਨੂੰ ਲੈ ਕੇ ਜਾਣਕਾਰੀ ਹੁੰਦੀ ਹੈ। ਪਿੱਛੇ ਜਾ ਕੇ ਕੁਝ TV ਸ਼ੋਜ਼, ਕੁਝ ਮੇਰੇ ਲਾਈਵ ਸੈਸ਼ਨਸ ਦੇਖ ਲਓ, ਔਰ ਉਸ ਦੇ ਵਿੱਚ ਪਹਿਲਾਂ ਵੀ ਜਾਣਕਾਰੀ ਦਿੱਤੀ ਹੈਗੀ ਹੈ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਲਿਸਟ ਦਿੱਤੀ ਹੋਈ ਹੈ ਕਿ ਕਿਹੜੇ ਕਾਲਜ ਦੇ ਵਿੱਚ ਪੜ੍ਹ ਕੇ ਸਟੂਡੈਂਟਸ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ, ਕਿਸ ਦੇ ਵਿੱਚ ਨਹੀਂ ਮਿਲੇਗਾ। ਔਰ ਇੱਕ ਸਿੰਪਲ ਤਰੀਕਾ ਕਿ ਗੂਗਲ ਦੇ ਉੱਪਰ ਲਿਖਣਾ DLI ਲਿਸਟ ਕੈਨੇਡਾ, ਤੇ ਆਪਾਂ ਉਹ ਸਰਚ ਕਰਾਂਗੇ ਤੇ ਉਹ ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ ਉਸ ਪੇਜ ਤੇ ਜਾਣਗੇ ਜਿੱਥੇ ਲਿਖਿਆ ਉਸ ਦੇ ਵਿੱਚ ਪ੍ਰੋਵਿੰਸ ਚੁਣਨੀ ਹੈ ਔਰ ਸਾਰੇ ਕਾਲਜ ਆ ਜਾਣਗੇ। ਸਰਚ ਬਾਕਸ ਵਿੱਚ ਕਾਲਜ ਦਾ ਨਾਮ ਲਿਖਣਾ, ਉਸ ਕਾਲਜ ਦੇ ਅੱਗੇ ਆ ਜਾਏਗਾ ਇਹ ਵਰਕ ਪਰਮਿਟ ਮਿਲੇਗਾ ਕਿ ਨਹੀਂ। ਸਾਫ਼ ਜੀ ਗੱਲ ਹੈਗੀ, ਉਹਦੇ ਵਿੱਚ ਲਿਖਿਆ ਹੈ। ਔਰ ਤੁਸੀਂ ਉਹ ਜ਼ਰੂਰ ਦੇਖ ਕੇ ਆਪਣਾ ਜ਼ਰੂਰ ਫੀਸ ਭਰਨ ਤੋਂ ਪਹਿਲਾਂ, ਕਿਸੇ ਵੀ ਕਾਲਜ ਵਿੱਚ ਫੀਸ ਭਰਨ ਤੋਂ ਪਹਿਲਾਂ ਮੇਕ ਸ਼ੋਰ ਕਿ ਤੁਹਾਡੇ ਕਾਲਜ ਦੇ ਵਿੱਚ ਵਰਕ ਪਰਮਿਟ ਮਿਲਦਾ ਹੋਵੇ। ਔਰ ਕਈ ਕੰਸਲਟੈਂਟ ਮੇਰੇ ਕੋਲ ਸਟੂਡੈਂਟਸ ਆਉਂਦੇ ਨੇ ਕਿ ਉੱਥੇ ਕੈਨੇਡਾ ਦੇ ਵਿੱਚ ਵੀ ਗੱਲ ਕਰਦੇ ਨੇ ਕਿ ਜੀ ਸਾਨੂੰ ਭੇਜ ਦਿੱਤਾ ਔਰ ਇੱਥੇ ਹੁਣ ਆ ਕੇ ਪਤਾ ਲੱਗਿਆ ਵਰਕ ਪਰਮਿਟ ਨਹੀਂ ਹੈਗਾ। ਤੇ ਉਹ ਬੀ ਅਵੇਅਰ ਦਾ ਮਤਲਬ ਧਿਆਨ ਰੱਖੋ। ਔਰ ਕਈ ਕੰਸਲਟੈਂਟ ਕਹਿ ਦਿੰਦੇ ਜੀ ਬਾਅਦ ਦੇ ਵਿੱਚ ਜਾ ਕੇ ਮਿਲ ਜੂਗਾ, ਇੱਦਾਂ ਹੋਊਗਾ ਉੱਦਾਂ ਹੋਊਗਾ, ਕਈ ਤਰ੍ਹਾਂ ਦੀ ਗੋਲੀਆਂ ਵਾਲੀ ਗੱਲ ਕਰ ਦਿੰਦੇ ਨੇ। ਲੇਕਿਨ ਉਹ ਆਪ ਧਿਆਨ ਦਿਓ ਕਿ ਜਿੱਥੇ ਲਿਖਿਆ ਹੈ ਕਿ ਨੋ ਵਰਕ ਪਰਮਿਟ ਨਹੀਂ ਮਿਲਣਾ ਅੰਬੈਸੀ ਦੇ ਵਿੱਚ, ਜਿਸ ਤਰ੍ਹਾਂ ਮੈਂ ਦੱਸਿਆ, ਤੇ ਫਿਰ ਨਹੀਂ ਮਿਲਣਾ, ਉੱਥੇ ਜਾ ਕੇ ਫਿਰ ਆਪਾਂ ਕਾਲਜ ਚੇਂਜ ਕਰਨਾ ਪਏਗਾ, ਫੀਸਾਂ ਖਰਾਬ ਹੋਣਗੀਆਂ ਜੀ। ਅੱਛਾ, ਫੰਡਸ ਦੀ ਲੋੜ ਹੈ ਕੈਨੇਡਾ ਦੇ ਵਿੱਚ? ਸ਼ੋਅ ਕਰਨੇ ਪੈਂਦੇ ਨੇ? ਅਗਰ ਕਰਨੇ ਆ ਤਾਂ ਕਿੰਨੇ ਕਰਨੇ ਪੈਂਦੇ ਨੇ? ਕਵਿਤਾ ਜੀ ਦੇਖੋ, ਖਰਚਾ ਕਰਨਾ ਆਪਾਂ ਆਪਣੇ ਅਕਾਊਂਟ ਤੋਂ, ਕਿਹੜੇ ਅਕਾਊਂਟ ਤੋਂ ਗਿਆ, ਕਿ ਕਿੱਥੋਂ ਪੈਸੇ ਆਏ। ਕੈਨੇਡਾ ਦੇ ਰੂਲਸ ਬੜੇ ਲੀਨੀਅੰਟ ਨੇ, ਇਸ ਚੀਜ਼ ਨੂੰ ਕੋਈ ਨਹੀਂ ਦੇਖਦਾ, ਅੰਬੈਸੀ ਨਹੀਂ ਦੇਖਦੀ। 1 ਸਾਲ ਦੀ SDS ਦੇ ਵਿੱਚ 1 ਸਾਲ ਦੀ, ਅਗਰ ਨਹੀਂ ਅਫੋਰਡ ਕਰਦੇ ਤਾਂ ਨੌਨ SDS ਜਾਂ ਜਿਹਨੂੰ ਕਹਿੰਦੇ ਜਨਰਲ ਕੈਟਾਗਰੀ 'ਚ ਫਾਈਲ ਲੱਗੇਗੀ। 1 ਸਮੈਸਟਰ ਦੀ ਵੀ ਫੀਸ ਪੇ ਕੀਤੀ ਜਾ ਸਕਦੀ ਹੈ, ਲੇਕਿਨ ਥੋੜਾ ਸਕਸੈਸ ਰੇਟ ਦੇ ਵਿੱਚ ਦਿੱਕਤ ਆ ਸਕਦੀ ਹੈ। ਫॉर ਬੈਟਰ ਸਕਸੈਸ ਰੇਟ 1 ਸਾਲ ਦੀ ਫੀਸ ਭਰ ਲਈਏ ਔਰ $10,000 ਲਿਵਿੰਗ ਐਕਸਪੈਂਸ ਜਿਹੜੀ ਹੈ ਕੈਨੇਡੀਅਨ ਬੈਂਕ ਦੇ ਵਿੱਚ ਐਜ਼ GIC ਗਰੰਟਡ ਇਨਵੈਸਟਮੈਂਟ ਸਰਟੀਫਿਕੇਟ GIC ਦੇ ਤੌਰ ਤੇ ਭਰਨੇ ਹੈਗੇ। $10,000 ਦਾ ਮਤਲਬ 6.5 ਲੱਖ ਰੁਪਏ, ਔਰ 1 ਸਾਲ ਦੀ ਫੀਸ ਤਕਰੀਬਨ ਕੋਈ 16,000 ਦਾ ਮਤਲਬ 8 ਤੋਂ 10 ਲੱਖ ਰੁਪਏ ਦੇ ਵਿੱਚ। ਸੋ ਇਹ ਜਿਹੜੇ ਹੈ ਖਰਚੇ ਹੁੰਦੇ ਆ, ਲੇਕਿਨ ਸੋ ਬਿਲਕੁਲ ਵੀ ਨਹੀਂ, ਜਿਹੜੀ ਤੁਹਾਡਾ ਕੁਐਸਚਨ ਹੈ ਸੋ ਬਿਲਕੁਲ ਕਰਨ ਦੀ ਜ਼ਰੂਰਤ ਨਹੀਂ ਹੈਗੀ। ਨਹੀਂ, ਕੰਸਲਟੈਂਟ ਤਾਂ ਫਿਰ ਅੱਜ ਕੱਲ ਪੈਸੇ ਵੀ ਲੈ ਰਹੇ ਨੇ ਨਾ ਵੀ ਹਾਂਜੀ ਤੁਹਾਡੇ ਫੰਡ ਸ਼ੋ ਕਰਾਂਗੇ ਤਾਂ ਉਹਦੇ ਐਕਸਟਰਾ ਫੀਸ ਲੱਗੇਗੀ। ਇਹ ਤਾਂ ਅਲੱਗ-ਅਲੱਗ ਤਰੀਕੇ ਜਿਹੜੇ ਗਲਤ ਕੰਸਲਟੈਂਟ ਹੋਣਗੇ, ਔਰ ਹਰ ਫੀਲਡ ਦੇ ਵਿੱਚ ਹੀ, ਈਵਨ ਕਿ ਚੰਗੇ ਬੜੇ ਨੋਬਲ ਜਿਹੜੇ ਨੇ ਹਰ ਇੱਕ ਫੀਲਡ ਦੇ ਵਿੱਚ, ਚਾਹੇ ਮੋਟਰ ਮਕੈਨਿਕ ਦੀ ਗੱਲ ਕਰੀਏ, ਰੇਡੀਓ ਮਕੈਨਿਕ ਦੀ, ਇਲੈਕਟ੍ਰੀਸ਼ੀਅਨ ਦੀ, ਕਿਸੇ ਵੀ ਚੀਜ਼ ਦੇ ਵਿੱਚ ਉਹ ਹਰ ਤਰ੍ਹਾਂ ਦੇ ਗਲਤ ਬੰਦੇ ਵੀ ਹੁੰਦੇ ਨੇ, ਚੰਗੇ ਬੰਦੇ ਵੀ ਹੁੰਦੇ ਨੇ। ਲੇਕਿਨ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੇਰੇ ਕੋਲ ਕਈ ਕਲਾਇੰਟਸ ਆਉਂਦੇ ਨੇ, ਸਟੂਡੈਂਟਸ ਆਉਂਦੇ ਨੇ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸਤੇ 15 ਲੱਖ 20 ਲੱਖ ਰੁਪਏ ਫੰਡਸ ਸ਼ੋ ਕਰਨੇ ਹੈਗੇ ਆ, ਔਰ ਉਸ ਦੇ ਪੈਸੇ 1 ਲੱਖ 2 ਲੱਖ ਲੈਂਦੇ ਨਹੀਂ। ਲੇਕਿਨ ਸੱਚਾਈ ਇਹ ਹੈਗੀ ਹੈ ਕਿ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਫੰਡਸ ਸ਼ੋ ਕਰਨ ਦੀ ਜ਼ਰੂਰਤ ਨਹੀਂ। 1 ਸਾਲ ਦੀ ਫੀਸ ਜਾਂ 6 ਮਹੀਨੇ ਦੀ ਮਤਲਬ 1 ਸਮੈਸਟਰ ਦੀ ਫੀਸ ਭਰਨੀ ਹੈ, $10,000 GIC ਦੇ, ਕੋਈ ਵੀ ਫੰਡਸ ਬੈਂਕ ਦੇ ਵਿੱਚ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਨੌਨ SDS ਜਿਹੜੀ ਹੈ ਜਨਰਲ ਕੈਟਾਗਰੀ ਦੇ ਵਿੱਚ ਇਨਕਮ ਦੇ ਪ੍ਰੂਫ ਉਹ ਆਪਾਂ ਦਿਖਾਣੇ ਹੁੰਦੇ ਨੇ ਕਿ ਇਨਕਮ ਤੁਹਾਡੀ ਕਿੱਥੋਂ ਆਉਂਦੀ ਹੈਗੀ ਹੈ। ਫੰਡਸ ਬਿਲਕੁਲ ਸ਼ੋ ਕਰਨ ਦੀ ਜ਼ਰੂਰਤ ਨਹੀਂ, ਔਰ ਇਹ ਫੰਡਸ ਸ਼ੋ ਕਰਨ ਵਾਸਤੇ ਕਿਸੇ ਕੰਸਲਟੈਂਟ ਨੂੰ ਕੋਈ ਪੈਸੇ ਦੇਣ ਦੀ ਜ਼ਰੂਰਤ ਨਹੀਂ। ਸਾਡੀ ਜਿਹੜੀ ਹੈ ਖਾਸ ਤੌਰ ਤੇ ਪਾਇਨੀਅਰ ਇਮੀਗ੍ਰੇਸ਼ਨ ICCRC ਮੈਂਬਰ ਹੋਣ ਦੇ ਬਾਵਜੂਦ ਇੱਕ ਧਿਆਨ ਰੱਖਣਾ ਕਿ ਕੰਪਨੀ ਦੀ ਫੀਸ ਸਾਡੀ ਨਹੀਂ ਹੈ। 2,000 ਰੁਪਏ ਸਿਰਫ ਕਾਗਜ਼ਾਂ ਦਾ ਖਰਚਾ, ਔਰ ਕੰਪਨੀ ਦੀ ਫੀਸ ਕੋਈ ਨਹੀਂ ਹੈ। ਔਰ ਈਵਨ ਕਿ ਸੈਮੀਨਾਰਸ ਦੇ ਵਿੱਚ ਕੁਝ ਐਪਲੀਕੇਸ਼ਨ ਫੀਸ ਵੀ ਵੇਵਡ ਹੈਗੀਆਂ ਨੇ, ਉਸ ਦੇ ਬਾਰੇ ਤੁਸੀਂ ਸਾਡੀ ਟੀਮ ਨੂੰ ਮਿਲ ਕੇ ਗੱਲ ਕਰ ਸਕਦੇ ਹੋ ਜੀ। ਸੋ ਜਾਣ ਤੋਂ ਪਹਿਲਾਂ ਮੈਂ ਚਾਹੁੰਦੀ ਕੋਈ ਸੈਮੀਨਾਰਸ ਨੂੰ ਲੈ ਕੇ ਕੋਈ ਖਾਸ ਅਨਾਉਂਸਮੈਂਟ ਕਰਨੀ ਚਾਹੋ? ਬਿਲਕੁਲ, ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਹੜੀ ਐਪਲੀਕੇਸ਼ਨ ਫੀ ਹੈ ਸਿਲੈਕਟਡ ਸਟੂਡੈਂਟਸ ਕੋਲੋਂ ਅਸੀਂ ਐਪਲੀਕੇਸ਼ਨ ਫੀਸ ਨਹੀਂ ਲਵਾਂਗੇ ਕੰਡੀਸ਼ਨਸ ਦੇ ਨਾਲ। ਉਸ ਦੇ ਬਾਰੇ ਸਾਡੇ ਸਟਾਫ ਨਾਲ ਗੱਲ ਕਰ ਲਓ। ਔਰ ਸਾਰੇ ਇਹ ਸੈਮੀਨਾਰਸ ਹੁਣ ਖਤਮ ਹੋਣਗੇ, ਜਿਸ ਤਰ੍ਹਾਂ ਕਿ 2 ਨੂੰ ਬਰਨਾਲਾ, 3 ਨੂੰ ਬਠਿੰਡਾ, 4 ਨੂੰ ਪਟਿਆਲਾ ਹੈਗਾ।
ਇਸ ਦੇ ਬਾਅਦ ਵੀ ਸੈਮੀਨਾਰ ਹੁਣ 2-3-4 ਮਹੀਨੇ ਚੱਲਦੇ ਰਹਿਣਗੇ ਔਰ ਸਾਡੀ ਟੀਮ ਜਿਹੜੀ ਹੈਗੀ ਹੈ ਕਾਉਂਸਲਿੰਗ ਟੀਮ, ਮੈਨੇਜਮੈਂਟ ਟੀਮ ਔਰ ਫਾਈਲਿੰਗ ਟੀਮ ਵਗੈਰਾ ਇਹ ਸਾਰੇ ਤੁਹਾਡੇ ਕੋਲ ਹੋਣਗੇ। ਅਲੱਗ-ਅਲੱਗ ਰੂਲਸ, ਰੈਗੂਲੇਸ਼ਨਸ, ਪਾਲਿਸੀਜ਼ ਤੁਹਾਨੂੰ ਦੱਸਣਗੇ ਔਰ ਉੱਥੇ ਹੀ ਔਨ ਦਾ ਸਪੇਟ ਜਿੱਥੇ ਵੀ ਜਾਏਗੀ ਸਾਡੀ ਟੀਮ, ਅਖਬਾਰਾਂ ਵਿੱਚ ਆਏਗਾ, ਟੀਵੀ ਤੇ ਆਏਗਾ ਔਰ ਉੱਥੇ ਤੁਸੀਂ ਜਾ ਕੇ ਮਿਲ ਸਕਦੇ ਹੋ ਟੀਮ ਨੂੰ ਔਰ ਇਮੀਡੀਏਟਲੀ ਸਾਰੀ ਡਿਸਕਸ਼ਨ ਕਰਕੇ, ਗੱਲਬਾਤ ਕਰਕੇ ਆਪਣੀ ਐਪਲੀਕੇਸ਼ਨ ਵਗੈਰਾ ਅਸੈਸਮੈਂਟ ਔਰ ਕੰਪਨੀ ਅਲੱਗ-ਅਲੱਗ ਤਰੀਕੇ ਨਾਲ ਬੈਨੀਫਿਟ ਤਾਂ ਦਿੰਦੀ ਹੈ, ਲੇਕਿਨ ਇੱਕ ਬੜਾ ਖਾਸ ਮੇਰਾ ਤੁਹਾਡੇ ਵਾਸਤੇ ਸਟੂਡੈਂਟਸ, ਪੇਰੈਂਟਸ ਵਾਸਤੇ ਇੱਕ ਇੰਸਟਰਕਸ਼ਨ ਕਿ ਅਲੱਗ-ਅਲੱਗ ਕੰਪਨੀਆਂ ਸੈਮੀਨਾਰ ਲਾ ਰਹੀਆਂ ਨੇ, ਲਾਣਗੀਆਂ, ਅਲੱਗ-ਅਲੱਗ ਤਰ੍ਹਾਂ ਦੇ ਲਾਲਚ ਹੋਣਗੇ, ਲੇਕਿਨ ਉਹਨਾਂ ਲਾਲਚ ਦੇ ਵਿੱਚ ਨਹੀਂ, ਇੱਕ ਚੰਗਾ ਕੰਸਲਟੈਂਟ, ਕੁਆਲੀਫਾਈਡ ਕੰਸਲਟੈਂਟ ਚੁਣਾਂਗੇ ਤਾਂ ਕਿ ਫਰਾਡ ਤੋਂ ਬਚੀਏ ਔਰ ਅੱਗੇ ਵੀ ਔਰ ਕੈਨੇਡਾ ਦੇ ਵਿੱਚ ਆਫਿਸ ਸਾਡੇ ਜਿਹੜੇ ਤੁਹਾਡੇ ਪੀਆਰ ਵਗੈਰਾ ਦੇ ਵਿੱਚ ਹੈਲਪ ਕਰਨ ਇਹ ਜਿਹੜੀਆਂ ਲੰਬੀਆਂ ਸੇਵਾਵਾਂ। ਸੋ ਪਾਇਨੀਅਰ ਇਮੀਗ੍ਰੇਸ਼ਨ ਤੋਂ ICCRC ਮੈਂਬਰ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਜੀ, ਸਾਡੇ ਅੱਜ ਦੇ ਮਹਿਮਾਨ ਡਾਕਟਰ ਰਵੀ ਗਰਗ ਸਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਦਰਸ਼ਕਾਂ ਦਾ ਵੀ। ਸਤਿ ਸ਼੍ਰੀ ਅਕਾਲ। ਸੋ ਇਸੇ ਦੇ ਨਾਲ ਜੀ ਹੁਣ ਦਿਓ ਇਜਾਜ਼ਤ, ਨੈਕਸਟ ਟਾਈਮ ਮੁਲਾਕਾਤ ਕਰਾਂਗੇ। ਸਾਡਾ YouTube ਚੈਨਲ ਹੈ ਜੀ ਦੇਸ਼ ਪ੍ਰਦੇਸ਼ ਲਾਈਵ ਦਾ, ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਰੋਜ਼ ਉੱਥੇ ਵੀ ਅਸੀਂ ਤੁਹਾਡੇ ਨਾਲ ਜੁੜ ਸਕੀਏ। ਦੁਪਹਿਰੇ 2 ਵਜੇ ਆਪਣੇ ਸਵਾਲ, ਆਪਣੇ ਪ੍ਰੋਫਾਈਲਸ ਉੱਥੇ ਵੀ ਡਿਸਕਸ ਕਰਿਆ ਕਰੋ। ਸੋ ਅੱਜ ਦੇ ਵਾਸਤੇ ਇੰਨਾ ਹੀ ਜੀ, ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ। ਆਪਣਾ ਖਿਆਲ ਰੱਖੋ, ਧੰਨਵਾਦ।